ਪਹਿਲਾਂ ਤਾਂ ਇਹ ਦੱਸੋ ਸਰ ਕਿ ਇੱਕ ਦੌਰਾ ਹੋਇਆ, ਦੌਰੇ ਦੇ ਵਿੱਚ ਬਦਮਜ਼ਗੀ ਹੋਈ, ਉਹਦੇ ਬਾਅਦ ਇੱਕ ਤਹਿਕੀਕਾਤੀ ਕਮੇਟੀ ਬਣੀ। ਉਸ ਕਮੇਟੀ ਨੇ ਕਿਹਾ ਕਿ ਜੀ ਜਿੰਨੇ ਵੀ ਲੋਕ ਆਏ ਸਨ ਜ਼ਿੰਮੇਦਾਰ ਉਹਨਾਂ ਦੇ ਨਾਂ ਅਸੀਂ ਭੇਜ ਰਹੇ ਹਾਂ ਜਨਾਬ, ਇਦਾਰਿਆਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਅੱਜ ਸਪੀਕਰ ਪੰਜਾਬ ਅਸੈਂਬਲੀ ਨੇ ਜਿਹੜਾ ਹੈ ਉਹ ਬਾਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ। ਇੱਕ ਪਾਸੇ ਮੁਜ਼ਾਕਰਾਤ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਇਸ ਤਰ੍ਹਾਂ ਦੇ ਇਕਦਾਮਾਤ ਹੋ ਰਹੇ ਨੇ। ਕੀ ਸੋਚਦੇ ਹੋ ਇਹਦੇ ਨਾਲ ਜਿਹੜੀ ਇੱਕ ਕਸ਼ੀਦਗੀ ਹੈ ਉਹ ਵਧੇਗੀ ਜਾਂ ਘੱਟ ਹੋਏਗੀ? ਬਿਸਮਿल्लाह रहमान रहीम। ਦੇਖੋ ਕੋਈ ਵੀ ਜੇ ਸੂਬੇ ਦਾ ਜਿਹੜਾ ਚੀਫ ਮਿਨਿਸਟਰ ਹੁੰਦਾ ਹੈ ਉਹਦੇ ਵਾਸਤੇ ਉਹ ਪਾਕਿਸਤਾਨ ਦਾ ਸ਼ਹਿਰੀ ਹੁੰਦਾ ਹੈ ਔਰ ਉਹਦੇ ਵਾਸਤੇ ਨਕਲੋ ਹਰਕਤ ਕਰਨਾ ਕਿਸੇ ਵੀ ਸੂਬੇ ਵਿੱਚ ਠੀਕ ਉਹਦੀ ਹੈ। ਬਿਲਕੁਲ ਮੁਕੰਮਲ ਇਜਾਜ਼ਤ ਹੈ। ਲੇਕਿਨ ਦੇਖੋ ਤੁਸੀਂ ਕੋਈ ਜਿਹੜਾ KPK ਦਾ ਚੀਫ ਮਿਨਿਸਟਰ ਹੈ ਇਹਦੀ ਜਿਹੜੀ ਸੀਟ ਦਾ ਮੁਕੱਦਸ ਹੈ, ਯਾਨੀ ਕਿ ਜਿਹੜੀ ਹੈਸੀਅਤ ਹੈਗੀ ਹੈ, ਜਿਹੜਾ ਉਹਦਾ ਮਰਤਬਾ ਹੈਗਾ, ਉਹਨੂੰ ਖਰਾਬ ਕਰਨ ਦਾ ਜਿਹੜਾ ਸਿਸਟਮ ਉਹਨੇ ਅਪਣਾਇਆ ਉਹ ਬੜਾ ਜੀ ਅਫਸੋਸਨਾਕ ਸੀਗਾ। ਕਿਉਂਕਿ ਦੇਖੋ KPK ਦਾ ਜਿਹੜਾ ਚੀਫ ਮਿਨਿਸਟਰ ਆ ਉਹਨੂੰ ਆ ਕੇ ਸਿਆਸੀ ਤਹਿਰੀਕ ਚਲਾਣਾ ਪੰਜਾਬ ਦੇ ਵਿੱਚ, ਸਹੀ। ਜਲਸੇ ਜਲੂਸ ਕਰਨਾ ਅਨਅਨਾਉਂਸਡ, ਯਾਨੀ ਕਿ ਫਿਰ ਪਲਾਨ ਤੋਂ ਹਟ ਕੇ ਜਿਹੜੀਆਂ ਇੱਕ ਕਹਿ ਲਓ ਕਿ ਇੱਕ ਵਰਕਰ ਦਾ ਜਿਹੜਾ ਕੰਮ ਹੁੰਦਾ ਉਹ ਉਸ ਤਰੀਕੇ ਨਾਲ ਤੁਰਨਾ, ਉਹ ਨਿਹਾਇਤ ਹੀ ਅਫਸੋਸਨਾਕ ਸੀਗਾ। ਦੇਖੋ ਮੈਂ ਸਮਝਦਾ ਕਿ KPK ਦੇ ਜਿਹੜੇ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਆਪਣਾ ਜਿਹੜਾ ਮਰਤਬਾ ਸੀਗਾ, ਜਿਹੜੀ ਸੀਟ ਜਿੱਥੇ ਉਹ ਬੈਠੇ ਜੀ ਨੇ, ਉਹਨਾਂ ਨੇ ਉਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕੀਤੀ। ਚੀਫ ਮਿਨਿਸਟਰ ਦੇ ਅਹੁਦੇ ਦੇ ਨਾਲ ਉਹਨਾਂ ਨੇ ਵਫਾ ਨਹੀਂ ਕੀਤੀ ਤੇ ਮੈਂ ਸਮਝਦਾ ਕਿ ਇੱਕ ਸਿਆਸੀ ਡਰਾਮੇਬਾਜ਼ੀ ਤੇ ਇੱਕ ਸਿਆਸੀ ਜਿਹੜੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਰੌਲਾ ਰੱਪਾ ਪਾ ਕੇ ਕੋਈ ਲੜਾਈ ਝਗੜੇ ਦਾ ਮਾਹੌਲ ਬਣਾ ਕੇ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ। ਬਹਰਹਾਲ ਦੇਖੋ ਹੁਣ ਇੱਕ ਕਮੇਟੀ ਬਣੀ ਪਈ ਹੈ ਤੇ ਇਹਦੇ ਕੀ ਜੀ। ਜਿਹੜਾ ਰਿਜ਼ਲਟ ਇਹਦਾ ਨਿਕਲਦਾ ਇਹਦੇ ਵਾਸਤੇ ਇੰਤਜ਼ਾਰ ਕਰਨਾ ਚਾਹੀਦਾ। ਰਾਣਾ ਸਾਹਿਬ, ਲੇਟੈਸਟ ਮੈਂ ਤੁਹਾਨੂੰ ਦੱਸਾਂ ਕਿ ਬੈਰਿਸਟਰ ਗੌਰ ਉਹਨਾਂ ਨੇ ਵੀ ਅੱਜ ਕਿਹਾ ਕਿ ਜੀ ਮੁਜ਼ਾਕਰਾਤ ਹੀ ਵਾਹਿਦ ਰਸਤਾ ਨੇ। ਖਾਜਾ ਆਸਿਫ ਸਾਹਿਬ ਕੱਲ ਇੱਕ TV ਸ਼ੋਅ 'ਚ ਮੌਜੂਦ ਸਨ, ਉਹਨਾਂ ਵੀ ਕਿਹਾ ਕਿ ਜੀ ਅਸੀਂ ਮੁਜ਼ਾਕਰਾਤ ਵਾਸਤੇ ਤਿਆਰ ਹਾਂ, PTI ਕੋਈ ਜਵਾਬ ਨਹੀਂ ਦੇ ਰਹੀ। ਵਜ਼ੀਰ ਆਜ਼ਮ ਪਾਕਿਸਤਾਨ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ 3-4 ਵਾਰੀ ਕਹਿ ਚੁੱਕੇ ਨੇ ਕਿ ਜੀ ਅਸੀਂ ਮੁਜ਼ਾਕਰਾਤ ਵਾਸਤੇ ਤਿਆਰ ਹਾਂ। ਨਜ਼ਰ ਕੀ ਆਉਂਦਾ ਹੈ ਆਉਣ ਵਾਲੇ ਦਿਨਾਂ 'ਚ ਕੋਈ ਮੁਜ਼ਾਕਰਾਤ ਹੋ ਸਕਦੇ ਨੇ ਜਾਂ ਨਹੀਂ? ਦੇਖੋ ਗੱਲ ਇਹ ਹੈਗੀ ਹੈ ਕਿ ਮੁਜ਼ਾਕਰਾਤ ਦੀ ਆਫਰ ਕਰਨਾ ਇਹ ਹਕੂਮਤ ਦਾ ਫਰਜ਼ ਹੈ ਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਕਾਬੀਨਾ ਦੇ ਵਿੱਚ ਬਹਿ ਕੇ ਜਿਹੜਾ ਹਾਈਐਸਟ ਫੋਰਮ ਆ ਫੈਸਲੇ ਕਰਨ ਦਾ, ਉੱਥੇ ਇਹ ਗੱਲ ਠੀਕ। ਕੀਤੀ ਮੁਜ਼ਾਕਰਾਤ ਆਈ। ਤੇ ਸਾਡੇ ਦਰਵਾਜ਼ੇ ਤੇ ਕਦੀ ਵੀ ਨਹੀਂ ਬੰਦ ਹੋਏ ਸੀ ਮੁਜ਼ਾਕਰਾਤ ਵਾਸਤੇ। ਮਸਲਾ ਕੀ ਹੈ ਕਿ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਪੂਰੀ ਜਮਾਤ ਨੂੰ ਯਰਗਮਾਲ ਬਣਾ ਕੇ ਇੱਕੋ ਏਜੰਡੇ ਤੇ ਲਾਏ ਹੋਏ ਨੇ ਕਿ ਕਿਸੇ ਤਰੀਕੇ ਨਾਲ ਇਹੋ ਜਿਹਾ ਮਾਹੌਲ ਬਣ ਜਾਵੇ ਜਿਹਦੇ 'ਚ ਉਹਨਾਂ ਨੂੰ ਰਿਲੀਫ ਮਿਲ ਜਾਵੇ। ਜੇ ਤੇ ਮੁਜ਼ਾਕਰਾਤ ਇਸੀ ਗੱਲ ਤੇ ਹੋਏ ਤੇ ਜੀ ਮੇਰਾ ਖਿਆਲ ਆ ਮੁਜ਼ਾਕਰਾਤ ਨਾ ਕਰਨ ਦਾ ਫਾਇਦਾ, ਨਾ ਉਹਦਾ ਕੋਈ ਰਿਜ਼ਲਟ ਨਿਕਲੇਗਾ। ਲੇਕਿਨ ਜੇ ਮੁਜ਼ਾਕਰਾਤ ਤੁਸੀਂ ਜਮਹੂਰੀਅਤ ਦੇ ਵਾਸਤੇ ਕਰਨਾ ਚਾਹੁੰਦੇ ਹੋ, ਜਿਹੜਾ ਤਹਿਰੀਕ ਤਹਫ਼ੁਜ਼ ਆਇਨ ਨੇ ਸਹੀ। ਪਾਕਿਸਤਾਨ ਨੇ ਗੱਲ ਕੀਤੀ ਕਿ ਆਇਨ ਦੀ ਬਾਲਾਦਸਤੀ, ਉਹ ਬੜੀ ਜਨਰਿਕ ਗੱਲਾਂ ਨੇ। ਲੇਕਿਨ ਜੇ ਉਹਦੇ ਉੱਤੇ ਵੀ ਕਰਨਾ ਚਾਹੁੰਦੇ ਹੋ ਫਿਰ ਵੀ ਮੁਸਬਤ ਬਾਤਚੀਤ ਹੋ ਸਕਦੀ ਹੈ। ਦੇਖੋ ਮੈਂ ਸਮਝਦਾ ਕਿ ਸਭ ਤੋਂ ਅਹਿਮ ਜਿਹੜਾ ਮੁੱਦਾ ਹੈਗਾ ਉਹ 2029 ਦੇ ਇਲੈਕਸ਼ਨ ਨੇ, ਕਿ ਉਹਦੇ ਵਾਸਤੇ ਅਸੀਂ ਬਹਿ ਜਾਈਏ ਅੱਜ ਔਰ ਇਹੋ ਜਿਹੇ ਇਲੈਕਸ਼ਨ ਹੋਣ ਜਿਹੜੇ ਸਾਰਿਆਂ ਨੂੰ ਜਿਨ੍ਹਾਂ ਦੇ ਨਤੀਜੇ ਜੀ ਤਸਲੀਮ ਹੋਣ। ਤੇ ਮੁਜ਼ਾਕਰਾਤ ਵਾਸਤੇ ਦੇਖੋ ਜਦੋਂ ਤੁਸੀਂ ਬੈਠੋਗੇ ਤੁਸੀਂ ਹਰ ਕਿਸਮ ਦੀ ਗੱਲ ਕਰ ਸਕਦੇ ਹੋ। ਮੁਜ਼ਾਕਰਾਤ ਵਾਸਤੇ ਤੁਸੀਂ ਹਰ ਕਿਸਮ ਦਾ ਆਪਣਾ ਮੁੱਦਾ ਪੇਸ਼ ਕਰ ਸਕਦੇ ਹੋ। ਗੱਲ ਇਹ ਹੈਗੀ ਹਕੂਮਤ ਨੇ ਰਸਤਾ ਦੇ ਦਿੱਤਾ, ਹੁਣ ਜਿਹੜੀ ਬਾਲ ਆ ਉਹ PTI ਦੇ ਕੋਰਟ ਦੇ ਵਿੱਚ ਹੈ ਕਿ ਉਹ ਇਹਨੂੰ ਇਸਤੇਮਾਲ ਕਰਦੇ ਨੇ ਨਹੀਂ ਕਰਦੇ, ਜਾਂ ਇਹਦੇ ਉੱਤੇ ਕਹਿਣਗੇ ਜੀ ਪਹਿਲੇ ਤੁਸੀਂ 50 ਚੀਜ਼ਾਂ ਕਰ ਲਓ ਫਿਰ ਮੁਜ਼ਾਕਰਾਤ 'ਚ ਬੈਠਾਂਗੇ। ਇਹ ਉਹਨਾਂ ਦਾ ਹੁਣ ਜੀ ਜ਼ਰਫ ਹੈਗਾ ਕਿ ਉਹ ਉਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਦੇ ਨੇ। ਸਪੀਕਰ ਜਿਹੜੇ ਨੇ ਨੈਸ਼ਨਲ ਅਸੈਂਬਲੀ ਨੇ, ਉਹਨਾਂ ਨੇ ਵੀ ਦਾਵਤ ਦੇ ਦਿੱਤੀ ਹੈ ਕਿ ਭਈ ਮੇਰਾ ਦਫ਼ਤਰ ਜਿਹੜਾ ਮੁਜ਼ਾਕਰਾਤ ਵਾਸਤੇ ਖੁੱਲਾ ਹੈ ਤੇ ਤੁਸੀਂ ਜਦੋਂ ਵੀ ਆਣਾ ਹੈ ਉੱਥੇ ਆ ਜਾਓ ਤੇ ਗੱਲਬਾਤ ਸ਼ੁਰੂ ਹੋ ਜਾਏਗੀ। ਠੀਕ। ਤੇ ਹਕੂਮਤ ਵੱਲੋਂ ਸਪੀਕਰ ਨੈਸ਼ਨਲ ਅਸੈਂਬਲੀ ਵੱਲੋਂ ਰਸਤੇ ਜਿਹੜੇ ਨੇ ਗ੍ਰੀਨ ਸਿਗਨਲ ਆ। ਹੁਣ PTI ਹਮੇਸ਼ਾ ਦੀ ਤਰ੍ਹਾਂ ਆਪਣੀ ਲੱਤ ਦੇ ਉੱਤੇ ਕੁਲਹਾੜੀ ਮਾਰਨਾ ਜੇ ਸਹੀ। ਚਾਹੁੰਦੇ ਨੇ ਉਹ ਕਰ ਸਕਦੇ ਨੇ, ਲੇਕਿਨ ਜੇ ਉਹ ਮੁਲਕ ਦੇ ਵਾਸਤੇ ਵਾਕਈ ਉਹ ਸੀਰੀਅਸ ਨੇ ਤੇ ਫਿਰ ਉਹਨਾਂ ਨੂੰ ਚਾਹੀਦਾ ਕਿ ਇਸ ਓਪਰਚੁਨਿਟੀ ਨੂੰ ਇਸਤੇਮਾਲ ਕਰਦੇ ਹੋਏ ਉਹ ਮੁਸਬਤ ਸੋਚ ਰੱਖਦੇ ਹੋਏ ਬੈਠਣ। ਫਿਰ ਦੇਖਦੇ ਹਾਂ ਕਿ ਗੱਲ ਕਿਸ ਪਾਸੇ ਤੁਰਦੀ ਹੈ। ਰਾਣਾ ਸਾਹਿਬ, ਮੁਜ਼ਾਕਰਾਤ ਦੀ ਗੱਲ ਤੇ ਤੁਸੀਂ ਵੀ ਕਰ ਰਹੇ ਹੋ, ਮੁਜ਼ਾਕਰਾਤ ਦੀ ਗੱਲ ਤੇ PTI ਵੀ ਕਰ ਰਹੀ ਹੈ, ਲੇਕਿਨ ਤੁਸੀਂ ਵੀ ਪੜ੍ਹੀ ਹੋਏਗੀ ਕਿ ਅਨਸਾਰ ਅਬਾਸੀ ਸਾਹਿਬ ਦੀ ਇੱਕ ਪਿਛਲੇ ਦਿਨਾਂ ਇੱਕ ਖਬਰ ਆਈ ਸੀ, ਉਹਨਾਂ ਮੁਸਲਿਮ ਲੀਗ ਨੂਨ ਦੇ ਜ਼ਰਾਏ ਨਾਲ ਲਾਈ ਸੀ। ਉਹਨਾਂ ਕਿਹਾ ਕਿ ਜੀ ਹਕੂਮਤ ਇਹ ਸੋਚ ਲਿਆ ਕਿ ਜਿਹੜੇ ਪਿਛਲੇ ਇੰਤਖਾਬਾਤ ਨੇ ਉਹਦੇ ਹਵਾਲੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਨਾਲ ਕੋਈ ਗੱਲ ਨਹੀਂ ਹੋਏਗੀ, ਉਸ ਤੋਂ ਅੱਗੇ ਗੱਲ ਹੋਏਗੀ।
ਉਹ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਮੁਜ਼ਾਕਰਾਤ ਵਾਸਤੇ ਰੈਡੀ ਆ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਸ਼ਰਤ ਹੋਏਗੀ ਇਹਦੇ ਬਾਅਦ ਮੁਜ਼ਾਕਰਾਤ ਹੋਣਗੇ। ਉਹਨਾਂ ਦੇ ਵੀ ਆਪਣੇ ਕੁਝ ਸ਼ਰਾਇਤ ਨੇ ਪੀਟੀਆਈ ਦੇ ਵਿੱਚ, ਤੇ ਫਿਰ ਮੁਜ਼ਾਕਰਾਤ ਨਾ ਕਰਨ ਵਾਲੀ ਗੱਲ ਹੋਈ ਸਰ। ਫਿਰ ਤੇ ਮੁਜ਼ਾਕਰਾਤ ਕਿਸ ਤਰ੍ਹਾਂ ਹੋਣਗੇ? ਇਹ ਦੇਖੋ ਗੱਲ ਇਹ ਹੈਗੀ ਹੈ ਕਿ ਅਸੀਂ ਤੇ ਇੱਕ ਸਿੰਪਲ ਜਿਹੀ ਗੱਲ ਹੈ ਨਾ, ਅਸੀਂ ਰਿਵਰਸ ਤੇ ਨਹੀਂ ਜਾ ਸਕਦੇ। ਅਸੀਂ ਤੇ ਮੁਸਤਕਬਲ ਵਾਸਤੇ ਚੀਜ਼ਾਂ ਨੂੰ ਸਵਾਰ ਸਕਦੇ ਹਾਂ। ਜੇ ਤੁਸੀਂ ਮਿਸਾਲ ਦੇ ਤੌਰ ਤੇ 8 ਫਰਵਰੀ ਦੇ ਇਲੈਕਸ਼ਨ ਦੇ ਬਾਰੇ 'ਚ ਗੱਲ ਕਰੋਗੇ, ਅਸੀਂ ਗੱਲ ਕਰਾਂਗੇ 2018 ਦੇ ਇਲੈਕਸ਼ਨ ਦੇ ਬਾਰੇ 'ਚ, ਫਿਰ ਕਿਸ ਪਾਸੇ ਗੱਲ ਜਾਏਗੀ? ਗੱਲ ਇਹ ਹੈਗੀ ਹੈ ਕਿ ਮੈਂ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਕਿ 2029 ਚ ਅਗਲਾ ਇਲੈਕਸ਼ਨ, ਹੁਣ ਉਹਦੇ ਵਾਸਤੇ ਬਹਿ ਜਾਈਏ ਅੱਜ ਤੇ ਫਿਰ ਸ਼ਾਇਦ ਨਤਾਇਜ ਜਿਹੜੇ ਨੇ ਸਾਰਿਆਂ ਨੂੰ ਕਾਬਲੇ ਕਬੂਲ ਹੋਣ। ਜੇ ਅੱਜ ਵੀ ਤੁਸੀਂ ਪੁਰਾਣੇ ਮੁੱਦੇ ਹੀ ਉਖਾੜਨੇ ਨੇ, ਤੁਸੀਂ ਪੁਰਾਣੀ ਗੱਲਾਂ 'ਚ ਜਾਣਾ, ਤੇ ਉਹ ਤੇ ਫਿਰ ਕਿੱਥੇ ਤੁਸੀਂ ਫੁੱਲ ਸਟਾਪ ਲਾਓਗੇ? 2018 ਤੇ ਲਾਓਗੇ, 2024 ਤੇ ਲਾਓਗੇ, 2013 ਤੇ ਲਾਓਗੇ, 2008 ਤੇ ਲਾਓਗੇ, ਕਿਸ ਪਾਸੇ ਫਿਰ ਤੁਸੀਂ ਕਿੱਥੇ? ਇਹ ਚੀਜ਼ਾਂ ਦੇਖੋ, ਗੱਲ ਹੈਗੀਆਂ ਨੇ ਕਿ ਅਸੀਂ ਤੇ ਫਿਰ ਕੋਈ ਸ਼ਰਾਇਤ ਨਹੀਂ ਰੱਖੀ। ਕਿਸੇ ਨੇ ਗੱਲ ਕੀਤੀ, ਸਾਡੇ ਲੀਡਰ ਨੇ ਗੱਲ ਕੀਤੀ ਕਿ ਜੀ ਇਹ ਨਹੀਂ ਹੋਏਗਾ ਜਾਂ ਉਹ ਨਹੀਂ ਹੋਏਗਾ। ਗੱਲ ਇਹ ਕਿ ਜਦੋਂ ਤੁਸੀਂ ਬੈਠੋਗੇ ਫਿਰ ਸਾਡੀਆਂ ਗੱਲਾਂ ਸਾਹਮਣੇ ਆ ਜਾਣਗੀਆਂ, ਤੁਹਾਡੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਜੇ ਤੁਸੀਂ ਬਹਿਣ ਤੋਂ ਪਹਿਲੇ ਹੀ ਤੁਸੀਂ ਕਹੋਗੇ ਕਿ ਜੀ ਇਹ 10 ਚੀਜ਼ਾਂ ਜਿਹੜੀਆਂ ਨੇ, ਇਹ ਪਹਿਲੇ ਇਹਦੇ ਉੱਤੇ ਕੋਈ ਸਾਨੂੰ ਰਿਜ਼ਲਟ ਮਿਲੇਗਾ ਫਿਰ ਅਸੀਂ ਬੈਠਾਂਗੇ, ਤੇ ਫਿਰ ਤੇ ਨਾ ਕਰਨ ਵਾਲੀ ਗੱਲ ਹੈ ਨਾ। ਤੇ ਅਸੀਂ ਕੋਈ ਨਾ ਕਰਨ ਵਾਲੀ ਗੱਲ ਨਹੀਂ ਕੀਤੀ। ਅਸੀਂ ਤੇ ਕਹਿੰਦੇ ਹਾਂ ਕਿ ਤੁਸੀਂ ਬੈਠੋ, ਬਵੋ, ਤੇ ਬਹਿ ਕੇ ਜਿਹੜਾ ਕੋਈ ਅੱਗੇ ਦਾ ਰਸਤਾ ਤੈਯਨ ਕਰੋ। ਤੇ ਸਾਡੀ ਜਿਹੜੀ ਨੀਅਤ ਆ ਉਹ ਆਵਾਮ ਦੇ ਸਾਹਮਣੇ ਹੈ, ਤੇ ਇਹਨਾਂ ਦੀ ਜਿਹੜੀ ਨੀਅਤ ਆ ਉਹਦਾ ਤੇ ਪਤਾ ਲੱਗ ਜਾਂਦਾ ਜਦੋਂ ਖਾਨ ਨੂੰ ਮੌਕਾ ਮਿਲਦਾ ਆਪਣੀ ਭੈਣਾਂ ਨਾਲ ਮੁਲਾਕਾਤ ਕਰਨ ਦਾ, ਕਿਸੇ ਹੋਰ ਨਾਲ ਮੁਲਾਕਾਤ ਕਰਨ ਦਾ। ਫਿਰ ਟਵੀਟ ਵੀ ਆ ਜਾਂਦੇ ਨੇ, ਫਿਰ ਗੱਦਾਰੀ ਦੇ ਫਤਵੇ ਵੀ ਲੱਗ ਜਾਂਦੇ ਨੇ। ਤੇ ਇੱਕ ਉਹ ਪਾਸਾ ਹੈ, ਇੱਕ ਸਾਡਾ ਪਾਸਾ ਹੈ ਕਿ ਅਸੀਂ ਕਹਿੰਦੇ ਨੇ ਕਿ ਯਾਰ ਅਸੀਂ ਹਕੂਮਤ 'ਚ ਆ, ਸਾਨੂੰ ਕੋਈ ਲੋੜ ਨਹੀਂ, ਸਾਡੀ ਕੋਈ ਮਜਬੂਰੀ ਨਹੀਂ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਮਾਹੌਲ ਠੰਡਾ ਹੋਵੇ ਤੇ ਆ ਜਾਓ ਬਹਿ ਜੀ। ਤਰੀਕੇ ਇਨਸਾਫ ਦਾ ਵੀ ਤੇ ਆਪਣਾ ਇੱਕ ਮੌਕਫ ਹੈ ਨਾ। ਉਹ ਕਹਿੰਦੇ ਨੇ ਕਿ ਜੀ ਕੈਰਟ ਸਟਿਕ ਪਾਲਿਸੀ ਹੈ। ਇੱਕ ਪਾਸੇ ਸਾਨੂੰ ਮੁਜ਼ਾਕਰਾਤ ਵਾਲੇ ਤੇ ਕੰਮ ਤੇ ਲਾ ਛੋੜਦੇ ਨੇ, ਕਹਿੰਦੇ ਨੇ ਜੀ ਮੁਜ਼ਾਕਰਾਤ ਕਰੋ, ਮੁਜ਼ਾਕਰਾਤ ਕਰੋ। ਤੇ ਦੂਜੇ ਪਾਸੇ ਜਿਹੜੇ ਕਾਰਵਾਈਆਂ ਨੇ ਸਾਡੇ ਖਿਲਾਫ, ਸਾਡੇ ਕਾਰਕੁਨਾਨ ਦੇ ਖਿਲਾਫ, ਅਸੀਂ ਜਾਣਦੇ ਹਾਂ ਸਾਡੀ ਬਾਨੀ ਨਾਲ ਮੁਲਾਕਾਤ ਨਹੀਂ ਕਰਾਈ ਜਾਂਦੀ, ਨਾ ਸਾਡੀ ਕੋਈ ਗੱਲ ਉਸ ਤਰ੍ਹਾਂ ਸੁਣੀ ਜਾਂਦੀ ਹੈ ਕਿ ਮੁਜ਼ਾਕਰਾਤ ਵਿੱਚ ਬਹਿ ਕੇ ਅਗਰ ਕੋਈ ਗੱਲ ਕਰੀਏ। ਤੇ ਇਹ ਕਿਸ ਤਰ੍ਹਾਂ ਮਾਮਲਾ ਫਿਰ ਕਿਸ ਤਰ੍ਹਾਂ ਹੱਲ ਹੋਏਗਾ? ਦੇਖੋ ਗੱਲ ਹੈ, ਤੇ ਇਹ ਕੰਮ ਤੇ ਪੀਟੀਆਈ ਨੂੰ ਵੀ ਕਿਹਾ ਜਾ ਸਕਦਾ ਕਿ ਉਹ ਕਰ ਰਹੇ ਨੇ। ਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਜਿਹੜੀ ਟੋਪੀ ਆ ਫੈਸਲੇ ਕਰਨ ਦੀ, ਉਹ ਅਸੀਂ ਅਚਕਜ਼ਈ ਸਾਹਿਬ ਨੂੰ ਪਨਾ ਦਿੱਤੀ ਹੈ ਖਾਨ ਸਾਹਿਬ ਨੇ, ਤੇ ਉਹ ਮੁਕੰਮਲ ਉਹਨਾਂ ਦਾ ਅਖਤਿਆਰ ਆ ਫੈਸਲਾ ਕਰਨ ਦਾ। ਤੇ ਉਹ TTAP ਕਹਿੰਦੀ ਹੈ ਕਿ ਅਸੀਂ ਮੁਜ਼ਾਕਰਾਤ ਕਰੀਏ, ਤੇ ਦੂਜੇ ਪਾਸੇ PTI ਕਹਿੰਦੀ ਅਸੀਂ ਮੁਜ਼ਾਕਰਾਤ ਕੋਈ ਨਹੀਂ ਜੇ ਕਰਨੇ। ਤੇ ਫਿਰ ਤੇ ਤੁਸੀਂ ਵੀ ਦੋ ਪਾਲਿਸੀਆਂ ਅਪਣਾਈਆਂ ਹੋਈਆਂ ਨੇ। ਤੇ ਜਿਹੜਾ ਸਾਡੇ ਉੱਤੇ ਇਲਜ਼ਾਮ ਲੱਗਦਾ ਹੈ, ਦੇਖੋ ਗੱਲ ਇਹ ਹੈਗੀ ਆ ਕਿ ਕੁਝ ਹੈਗੇ ਨੇ ਅਦਾਲਤੀ ਜਿਹੜੇ ਕਹਿ ਲੋ ਕੰਮ, ਉਹ ਅਦਾਲਤਾਂ ਨੇ ਕਰਨੇ ਨੇ। ਜੇ ਤੁਸੀਂ ਕਹੋ ਕਿ ਹਕੂਮਤ ਜਿਹੜੀ ਆ ਖਾਨ ਸਾਹਿਬ ਨੂੰ ਰਿਲੀਫ ਦਵਾ ਦੇਵੇ ਜਾਂ ਕੋਈ ਪਰੋਲ ਦੇ ਉੱਤੇ ਲੋਕਾਂ ਨੂੰ, ਤੇ ਕਹਿਣ ਦਾ ਮਤਲਬ ਹੈ ਤੇ ਫਿਰ ਤੇ ਤੁਸੀਂ ਕਹਿ ਰਹੇ ਹੋ ਕਿ ਅਦਾਲਤ ਉਹਨਾਂ ਦੀ ਮਰਜ਼ੀ ਦੇ ਫੈਸਲੇ ਕਰਨ ਜਾਂ NRO ਦੇ ਦੇਣ। ਤੇ ਇੱਥੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਹਕੂਮਤ ਦੀ ਕੋਈ ਦੋਹਰੀ ਪਾਲਿਸੀ ਨਹੀਂ ਹੈ। ਅਸੀਂ ਕੋਈ ਨਹੀਂ, ਜੇ ਅਦਾਲਤ ਆਪਣਾ ਕੰਮ ਕਰ ਰਹੇ ਨੇ, ਜਿਹੜੇ ਕੰਮ ਸਾਡੀ ਡੋਮੇਨ 'ਚ ਨੇ, ਅਸੀਂ ਹਾਜ਼ਰ ਹਾਂ ਉਹਨਾਂ ਦੇ ਵਾਸਤੇ। ਲੇਕਿਨ ਜੇ ਤੁਸੀਂ ਕਹੋ ਕਿ ਖਾਨ ਸਾਹਿਬ ਨੂੰ, ਔਰ ਜਿਹੜੀ ਗੱਲ ਆ ਕਿ ਮੁਲਾਕਾਤ ਨਹੀਂ ਕਰਾਣੀ, ਦੇਖੋ ਮੁਲਾਕਾਤਾਂ ਤੇ 900 ਮੁਲਾਕਾਤਾਂ ਹੋਈਆਂ ਨੇ ਖਾਨ ਸਾਹਿਬ ਦੇ ਨਾਲ, ਲੇਕਿਨ ਉਨ ਮੁਲਾਕਾਤਾਂ ਨੂੰ ਵੀ ਕਿਸੇ ਆਈਨ ਕਾਨੂੰਨ ਦੇ ਪਰਾਏ ਦੇ ਵਿੱਚ ਹੋਣਾ ਚਾਹੀਦਾ ਨਾ। ਜੇ ਕਾਨੂੰਨ ਇਹ ਕਹਿ ਰਿਹਾ ਹੈ ਕਿ ਪ੍ਰਿਜ਼ਨ ਰੂਲਸ ਦਾ ਜਿਹੜਾ ਕਾਨੂੰਨ ਆ ਉਹ ਕਹਿੰਦਾ ਹੈ ਕਿ ਤੁਸੀਂ ਮੁਲਾਕਾਤਾਂ ਕਰੋ, ਲੇਕਿਨ ਤੁਸੀਂ ਸਿਆਸੀ ਜਿਹੜੀ ਹੈਗੀ ਉੱਥੇ ਸਿਆਸਤ ਨਹੀਂ ਕਰ ਸਕਦੇ। ਲੇਕਿਨ ਖਾਨ ਸਾਹਿਬ ਤੇ ਜੇ ਜੇਲ੍ਹ ਤੋਂ ਦੇਖੋ ਸਜ਼ਾ ਹੁੰਦੀ ਹੈ। ਇੱਕ ਸਜ਼ਾ ਦੇ ਵਿੱਚ ਵੀ ਤੁਸੀਂ ਅਦਾਰਿਆਂ ਦੀ ਜਿਹੜੀ ਆ ਉਹ ਇੱਜ਼ਤ ਨੂੰ ਛਾਲੋ, ਗਾਲਮ ਗਲੋਚ ਕਰੋ। ਤੁਸੀਂ ਜੇਲ੍ਹ 'ਚ ਬਹਿ ਕੇ ਵੀ ਤੁਸੀਂ ਕਹੋ ਕਿ ਜੀ ਇਹ ਸੜਕਾਂ ਬੰਦ ਹੋ ਜਾਣਗੀਆਂ, ਸੂਬੇ ਦੇ ਰਸਤੇ ਬੰਦ ਹੋ ਜਾਣਗੇ। ਤੇ ਇਹ ਮੈਨੂੰ ਦੱਸੋ, ਦੁਨੀਆ 'ਚ ਕਿਹੜਾ ਜਿਹੜਾ ਸਜ਼ਾ ਯਾਫਤਾ ਆਦਮੀ ਹੈਗਾ ਉਹਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਉਹਦੇ ਵਾਸਤੇ ਰੈੱਡ ਕਾਰਪਟ ਵਿਛਾਇਆ ਜਾਂਦਾ ਕਿ ਭਾਈਜਾਨ ਜਿਹੜਾ ਤੁਸੀਂ ਕੰਮ ਹੋਰ ਮਾਹੌਲ ਵਿਗਾੜਨਾ ਹੈ ਉਹ ਤੁਸੀਂ ਵਿਗਾੜੋ, ਕੋਈ ਰੌਲਾ ਨਹੀਂ। ਇਸ ਤਰ੍ਹਾਂ ਨਹੀਂ ਹੁੰਦਾ। ਗੱਲ ਇਹ ਕਿ ਮੁਲਾਕਾਤ 900 ਮੁਲਾਕਾਤਾਂ ਹੋਈਆਂ, ਉਹਦੇ 'ਚ ਜੇ ਖਾਨ ਸਾਹਿਬ ਸਿਆਸਤ ਨਾ ਕਰਦੇ ਤੇ ਇਹ ਕੋਈ ਗੱਲ ਹੀ ਨਹੀਂ ਹੋਣੀ ਸੀ। ਲੇਕਿਨ ਹਰ ਮੁਲਾਕਾਤ ਬਾਅਦ ਇੱਕ ਪੂਰਾ ਲੈਕਚਰ ਆਵਾਮ ਨੂੰ ਲੈਕਚਰ ਦਿੱਤਾ ਜਾਂਦਾ ਹੈ ਪੁੱਠੇ ਕਿਸਮ ਦਾ, ਜਿਹਦੇ 'ਚ ਆਵਾਮ ਨੂੰ ਦੱਸਿਆ ਜਾਂਦਾ ਹੈ ਕਿ ਜੀ ਮੁਲਕ ਦੇ ਵਿੱਚ ਹੋਰ ਤਸਾਦਮ ਕਿਸ ਤਰ੍ਹਾਂ ਹੋਏਗਾ, ਹੋਰ ਅਦਾਰਿਆਂ ਦਾ ਜਿਹੜਾ ਤੇ ਆਵਾਮ ਦਾ ਫਾਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ